ਜਿਹੜਾ ਡੇ ਟਾਈਮ ਟੈਂਪਰੇਚਰ ਹੈ ਨੋਰਮਲ ਨਾਲੋਂ ਨੀਚੇ ਚੱਲ ਰਿਹਾ ਹੈਗਾ ਕਿਉਂਕਿ ਹੁਣ ਵੀ ਸਿਸਟਮ ਦਾ ਜਿਹੜਾ ਇਫੈਕਟ ਹੋਣਾ ਸ਼ੁਰੂ ਹੋ ਗਿਆ ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਫਿਰ ਗਸਟੀ ਵਿੰਡਸ ਪੰਜਾਬ ਵਿੱਚ ਕਿਤੇ ਕਿਤੇ ਚੱਲ ਸਕਦੀਆਂ ਨੇ, ਲਾਈਟਨਿੰਗ ਹੋ ਸਕਦੀ ਹੈ ਜਾਂ ਲਾਈਟ ਜਿਹੜੀ ਰੇਨਫਾਲ ਵੀ ਹੋ ਸਕਦੀ ਹੈ। ਸੋ ਉਹਦੇ ਕਰਕੇ ਫਿਰ ਟੈਂਪਰੇਚਰ ਦੇ ਵਿੱਚ ਥੋੜ੍ਹੀ ਗਿਰਾਵਟ ਆ ਸਕਦੀ ਹੈ ਔਰ ਅਸੀਂ ਫਾਰਮਰਸ ਨੂੰ ਵੀ ਫਿਰ ਇਹੀ ਸਲਾਹ ਦਿੰਦੇ ਹਾਂ ਕਿ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਫਿਰ ਡਿਸਟਰਬਡ ਰਹਿ ਸਕਦਾ, ਸਪੈਸ਼ਲੀ 29 ਔਰ 30 ਤਰੀਕ ਨੂੰ ਜ਼ਿਆਦਾ ਚਾਂਸਸ ਹੈਗੇ ਨੇ। 27 ਔਰ 28 ਨੂੰ ਬਹੁਤ ਸਕੈਟਰਡ ਐਕਟੀਵਿਟੀ ਹੋ ਸਕਦੀ ਹੈ। ਸੋ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਕਿ ਤੁਸੀਂ ਜਿਹੜਾ ਆਪਦਾ ਹਾਰਵੈਸਟਿੰਗ ਆਪਰੇਸ਼ਨ ਹੈਗਾ ਅਕੋਰਡਿੰਗਲੀ ਉਹਨੂੰ ਪਲਾਨ ਕਰੋ। ਇਸ ਵਾਰੀ April ਦੇ ਮਹੀਨੇ ਵਿੱਚ WD ਸਿਸਟਮ ਕਈ ਡਿਵੈਲਪ ਹੋ ਚੁੱਕੇ ਨੇ। ਸੋ ਉਹਦੇ ਕਰਕੇ ਜਦੋਂ ਕੰਡੀਸ਼ਨਸ ਕਲੀਅਰ ਹੁੰਦੀਆਂ ਨੇ ਤਾਂ ਜਿਹੜਾ ਟੈਂਪਰੇਚਰ ਰਾਈਜ਼ ਕਰ ਜਾਂਦਾ, ਸਾਨੂੰ ਲੱਗਦਾ ਕਿ ਹੁਣ ਬਹੁਤ ਗਰਮੀ ਹੋ ਗਈ। ਬਟ ਫਿਰ 2-4 ਦਿਨਾਂ ਦੇ ਬਾਅਦ ਕਿਉਂਕਿ WD ਸਿਸਟਮ ਡਿਵੈਲਪ ਹੋ ਜਾਂਦਾ, ਉਹਦੇ ਨਾਲ ਕਲਾਉਡੀਨੈਸ ਹੁੰਦੀ ਆ ਜਾਂ ਕੁਝ ਤੇਜ਼ ਹਵਾਵਾਂ ਚੱਲਦੀਆਂ ਨੇ, ਲਾਈਟਨਿੰਗ ਹੁੰਦੀ ਹੈ ਜਾਂ ਲਾਈਟ ਰੇਨ ਵੀ ਹੁੰਦੀ ਹੈ। ਸੋ ਉਹਦੇ ਨਾਲ ਫਿਰ ਜਿਹੜੀ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਆ। ਸੋ ਇਹਦੇ ਕਰਕੇ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਅਸੀਂ ਮਹਿਸੂਸ ਕਰ ਰਹੇ ਹਾਂ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ। ਸੋ ਦੋਸਤੋ ਅੱਜ ਪਹੁੰਚੇ ਹੈਗੇ ਅਸੀਂ PAU ਦੇ ਕਲਾਈਮੇਟ ਚੇਂਜ ਡਿਪਾਰਟਮੈਂਟ ਤੇ ਮੁੱਦਾ ਉਹੀ ਹੈ ਕਿ April ਦਾ ਮਹੀਨਾ ਚੱਲ ਰਿਹਾ ਔਰ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਅਗਰ ਗੱਲ ਕਰੀਏ ਤਾਂ ਮੌਸਮ ਦਾ ਉਤਾਰ ਚੜਾਵ ਜਿਹੜਾ ਹੈ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲਿਆ ਹੈ। ਜਦੋਂ April ਦੇ ਮਹੀਨੇ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਟੈਂਪਰੇਚਰ ਜਿਹੜਾ ਸੀਗਾ 32 ਡਿਗਰੀ ਚਲਾ ਗਿਆ ਸੀਗਾ, ਲੇਕਿਨ ਉਸ ਤੋਂ ਬਾਅਦ ਅਗਰ ਅਖੀਰ ਤੇ ਗੱਲ ਕਰੀਏ ਤਾਂ 40 ਡਿਗਰੀ ਵੀ ਉਹ ਕ੍ਰੋਸ ਕਰ ਚੁੱਕਾ ਹੈਗਾ ਵਾ। ਲੇਕਿਨ ਫਿਰ ਇੱਕਦਮ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਤੋਂ ਬਾਅਦ ਵੈਦਰ ਜਿਹੜਾ ਇੱਕਦਮ ਹੀ ਪਲਟੀ ਮਾਰ ਜਾਂਦਾ ਹੈ। ਇੱਥੋਂ ਤੱਕ ਕਿ ਘਰਾਂ ਦੇ ਪੱਖੇ ਫਿਰ ਇੱਕ ਵਾਰੀ ਬੰਦ ਹੋ ਜਾਂਦੇ ਨੇ, ਜੋ ਕਿ AC ਸਟਾਰਟ ਹੋ ਚੁੱਕਿਆ ਸੀਗਾ। ਤੇ ਆਓ ਫਿਰ ਗੱਲ ਕਰਦੇ ਪਵਨੀਤ ਮੈਮ ਨਾਲ, ਜਾਣਦੇ ਹਾਂ ਕਿ ਮੌਸਮ ਜਿਹੜੀ ਇਹ ਗੁਗਲੀ ਕਰ ਰਿਹਾ ਹੈ ਕਿੱਦਾਂ ਲੱਗ ਰਹੀ ਹੈ। ਮੈਮ ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਜੀ, ਅਸੀਂ ਦੇਖ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਹੈ ਕਿਉਂਕਿ ਇਸ ਵਾਰੀ April ਦੇ ਮਹੀਨੇ ਵਿੱਚ WD ਸਿਸਟਮ ਕਈ ਡਿਵੈਲਪ ਹੋ ਚੁੱਕੇ ਨੇ। ਸੋ ਉਹਦੇ ਕਰਕੇ ਜਦੋਂ ਕੰਡੀਸ਼ਨਸ ਕਲੀਅਰ ਹੁੰਦੀਆਂ ਨੇ ਤਾਂ ਜਿਹੜਾ ਟੈਂਪਰੇਚਰ ਰਾਈਜ਼ ਕਰ ਜਾਂਦਾ, ਸਾਨੂੰ ਲੱਗਦਾ ਕਿ ਹੁਣ ਬਹੁਤ ਗਰਮੀ ਹੋ ਗਈ। ਬਟ ਫਿਰ 2-4 ਦਿਨਾਂ ਦੇ ਬਾਅਦ ਕਿਉਂਕਿ WD ਸਿਸਟਮ ਡਿਵੈਲਪ ਹੋ ਜਾਂਦਾ, ਉਹਦੇ ਨਾਲ ਕਲਾਉਡੀਨੈਸ ਹੁੰਦੀ ਆ ਜਾਂ ਕੁਝ ਤੇਜ਼ ਹਵਾਵਾਂ ਚੱਲਦੀਆਂ ਨੇ, ਲਾਈਟਨਿੰਗ ਹੁੰਦੀ ਹੈ ਜਾਂ ਲਾਈਟ ਰੇਨ ਵੀ ਹੁੰਦੀ ਹੈ। ਸੋ ਉਹਦੇ ਨਾਲ ਫਿਰ ਜਿਹੜੀ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਆ। ਸੋ ਇਹਦੇ ਕਰਕੇ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਅਸੀਂ ਮਹਿਸੂਸ ਕਰ ਰਹੇ ਹਾਂ। ਮੈਮ AC ਦੀ ਤਾਂ ਗੱਲ ਬੜੀ ਦੂਰ ਦੀ ਗੱਲ ਹੈ, ਪੱਖੇ ਤੱਕ ਬੰਦ ਹੋ ਗਏ, ਲੋਕਾਂ ਨੇ ਚਾਦਰਾਂ ਲੈਣੀਆਂ ਫਿਰ ਸ਼ੁਰੂ ਕਰ ਦਿੱਤੀਆਂ। ਜੀ ਬਿਲਕੁਲ ਜੀ, ਉਹੀ ਕਿਉਂਕਿ WD ਸਿਸਟਮ ਜਿਹੜਾ ਡਿਵੈਲਪ ਹੋ ਚੁੱਕਿਆ ਹੈਗਾ। ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ 40 ਤੋਂ ਉੱਪਰ ਵੀ ਜਿਹੜਾ ਟੈਂਪਰੇਚਰ ਜਾ ਚੁੱਕਿਆ ਸੀਗਾ, ਬਟ ਹੁਣ ਅਸੀਂ ਜਿਹੜਾ ਕੱਲ੍ਹ ਦਾ ਮੈਕਸਿਮਮ ਟੈਂਪਰੇਚਰ ਰਿਕਾਰਡ ਕੀਤਾ 34.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਦੋਂ ਕਿ ਨੋਰਮਲ ਕੱਲ੍ਹ ਦਾ 37.2 ਡਿਗਰੀ ਸੈਂਟੀਗ੍ਰੇਡ ਸੀਗਾ। ਇਸੇ ਤਰ੍ਹਾਂ ਜਿਹੜਾ ਅੱਜ ਦਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ 21 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨੋਰਮਲ 19.7 ਡਿਗਰੀ ਸੈਂਟੀਗ੍ਰੇਡ ਹੈਗਾ। ਸੋ ਜਿਹੜਾ ਡੇ ਟਾਈਮ ਟੈਂਪਰੇਚਰ ਹੈ ਨੋਰਮਲ ਨਾਲੋਂ ਨੀਚੇ ਚੱਲ ਰਿਹਾ ਹੈਗਾ ਕਿਉਂਕਿ ਹੁਣ ਵੀ ਸਿਸਟਮ ਦਾ ਜਿਹੜਾ ਇਫੈਕਟ ਹੋਣਾ ਸ਼ੁਰੂ ਹੋ ਗਿਆ ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਫਿਰ ਗਸਟੀ ਵਿੰਡਸ ਪੰਜਾਬ ਵਿੱਚ ਕਿਤੇ ਕਿਤੇ ਚੱਲ ਸਕਦੀਆਂ ਨੇ, ਲਾਈਟਨਿੰਗ ਹੋ ਸਕਦੀ ਹੈ ਜਾਂ ਲਾਈਟ ਜਿਹੜੀ ਰੇਨਫਾਲ ਵੀ ਹੋ ਸਕਦੀ ਹੈ। ਸੋ ਉਹਦੇ ਕਰਕੇ ਫਿਰ ਟੈਂਪਰੇਚਰ ਦੇ ਵਿੱਚ ਥੋੜ੍ਹੀ ਗਿਰਾਵਟ ਆ ਸਕਦੀ ਹੈ। ਸੋ ਇਹ ਤਾਂ ਬਹੁਤ ਕਹਿ ਲਓ ਕਿ ਲੁਧਿਆਣਾ ਵਾਸੀਆਂ ਵਾਸਤੇ ਤਾਂ ਬਹੁਤ ਵਧੀਆ ਗੱਲ ਹੈਗੀ ਕਿ ਕੰਟੀਨਿਊ ਜਿਹੜਾ ਬਾਰਿਸ਼ ਜਿਹੜਾ ਹੁੰਦੀ ਹੈ ਤਾਂ ਉਹਦਾ ਟੈਂਪਰੇਚਰ ਡਾਊਨ ਜਾ ਰਿਹਾ ਵਾ। ਔਰ ਇੱਕ ਵਾਰੀ ਫਿਰ ਜਿਹੜਾ ਤੁਸੀਂ ਦੱਸਿਆ ਕਿ 3-4 ਦਿਨ ਜਿਹੜਾ ਵਾ ਫਿਰ ਫਿਊਚਰ 'ਚ ਦੇਖਣ ਨੂੰ ਮਿਲੇਗਾ ਕਿ ਥੋੜ੍ਹੀ ਬੂੰਦਾਬਾਂਦੀ ਹੋ ਸਕਦੀ ਹੈ, ਜਿਹਦੇ ਨਾਲ ਮੌਸਮ ਜਿਹੜਾ ਵਾ ਟੈਂਪਰੇਚਰ ਦੇ ਤੌਰ 'ਤੇ ਥੋੜ੍ਹਾ ਨੀਚੇ ਜਾਂਦਾ ਨਜ਼ਰ ਆਏਗਾ। ਲੇਕਿਨ ਗੱਲ ਕਰੀਏ ਅਗਰ ਫਸਲਾਂ ਦੇ ਵਿੱਚ ਇਹ ਫਿਰ ਉਹੀ ਪ੍ਰੋਬਲਮ ਜਿਹੜੀ ਕਿ ਪੂਰੇ ਮਹੀਨੇ ਦੇਖਣ ਨੂੰ ਮਿਲੀ ਹੈ। ਬਿਲਕੁਲ ਜੀ, ਕਿਉਂਕਿ ਅੱਜ ਕੱਲ੍ਹ ਜਿਹੜੀ ਰੱਬੀ ਕ੍ਰੌਪਸ ਦੀ ਹਾਰਵੈਸਟਿੰਗ ਵੀ ਚੱਲ ਰਹੀ ਆ, ਕਾਫੀ ਲੋਕ ਕਰ ਵੀ ਚੁੱਕੇ ਨੇ ਔਰ ਕੁਝ ਹਲੇ ਚੱਲ ਵੀ ਰਹੀ ਹੈਗੀ ਆ। ਸੋ ਉਹਨਾਂ ਲਈ ਜ਼ਰੂਰ ਹੈਗਾ ਕਿ ਇਹਦੇ ਨਾਲ ਫਿਰ ਹਾਰਵੈਸਟਿੰਗ ਆਪਰੇਸ਼ਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਔਰ ਅਸੀਂ ਫਾਰਮਰਸ ਨੂੰ ਵੀ ਫਿਰ ਇਹੀ ਸਲਾਹ ਦਿੰਦੇ ਹਾਂ ਕਿ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਫਿਰ ਡਿਸਟਰਬਡ ਰਹਿ ਸਕਦਾ, ਸਪੈਸ਼ਲੀ 29 ਔਰ 30 ਤਰੀਕ ਨੂੰ ਜ਼ਿਆਦਾ ਚਾਂਸਸ ਹੈਗੇ ਨੇ। 27 ਔਰ 28 ਨੂੰ ਬਹੁਤ ਸਕੈਟਰਡ ਐਕਟੀਵਿਟੀ ਹੋ ਸਕਦੀ ਆ। ਸੋ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਕਿ ਤੁਸੀਂ ਜਿਹੜਾ ਆਪਦਾ ਹਾਰਵੈਸਟਿੰਗ ਆਪਰੇਸ਼ਨ ਹੈਗਾ ਅਕੋਰਡਿੰਗਲੀ ਉਹਨੂੰ ਪਲਾਨ ਕਰੋ ਔਰ ਜੇ ਤੁਸੀਂ ਆਲਰੇਡੀ ਹਾਰਵੈਸਟ ਕਰ ਚੁੱਕੇ ਹੋ ਤਾਂ ਐਟਲੀਸਟ ਜਿਹੜੀ ਪ੍ਰੋਡਿਊਸ ਆ ਉਹਨੂੰ ਜ਼ਰੂਰ ਉਹਦੀ ਸਾਂਭ ਸੰਭਾਲ ਅੱਛੀ ਤਰ੍ਹਾਂ ਕਰ ਲਓ ਤਾਂ ਕਿ ਮੌਸਮ ਦੇ ਕਰਕੇ ਉਹਦਾ ਕੋਈ ਨੁਕਸਾਨ ਨਾ ਹੋ ਸਕੇ। ਤੇ ਉਹ 30 ਤੋਂ ਸਪੈਸ਼ਲੀ ਧਿਆਨ ਰੱਖੋ, ਬਾਰਿਸ਼ ਹੋ ਸਕਦੀ ਹੈ ਜੀ। 27-28 ਨੂੰ ਵੀ ਹੋ ਸਕਦੀ ਹੈ ਬਟ ਕਾਫੀ ਸਕੈਟਰਡ ਹੈਗੀ ਆ। 29-30 ਨੂੰ ਕੁਝ ਵੱਧ ਥਾਵਾਂ 'ਤੇ ਸਾਰੇ ਪੰਜਾਬ ਵਿੱਚ ਹੋ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਥੈਂਕ ਯੂ। ਸੋ ਦੋਸਤੋ ਇੱਕ ਮੈਮ ਦਾ ਸਾਫ਼ ਤੌਰ 'ਤੇ ਕਹਿਣਾ ਹੈ ਸਪੈਸ਼ਲੀ ਸ਼ਹਿਰ ਵਾਸੀਆਂ ਵਾਸਤੇ ਤਾਂ ਇਹ ਰਾਹਤ ਭਰੀ ਖਬਰ ਹੈਗੀ ਕਿਉਂਕਿ ਅਗਰ ਗੱਲ ਕਰ ਲਈਏ 29 ਔਰ 30 ਤਰੀਕ ਜਿਹੜੀ ਹੈ
ਉਹ ਮੈਮ ਕਹਿ ਰਹੀ ਕਿ ਬਾਰਿਸ਼ ਪੈਣੀ ਹੀ ਪੈਣੀ ਹੈ, ਲੇਕਿਨ 27 28 ਨੂੰ ਪੈ ਸਕਦੇ, ਲੇਕਿਨ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਜੋ ਕਿ 29 ਔਰ 30 ਨੂੰ ਪੈਣੀ ਹੈਗੀ ਹੈ। ਉੱਥੇ ਦੂਜੇ ਪਾਸੇ ਗੱਲ ਹੈਗੀ ਕਿ ਜਿੱਦਾਂ ਮੈਡਮ ਦੱਸਿਆ ਕਿ ਕਿਸਾਨਾਂ ਵਾਸਤੇ ਵੀ ਦੱਸਿਆ ਕਿ ਅਗਰ ਤੁਸੀਂ ਆਪਣੀ ਫਸਲਾਂ ਕੱਟੀਆਂ ਹੋਈਆਂ ਨੇ ਤਾਂ ਪਲੀਜ਼ ਉਹਦੀ ਸਾਂਭ ਸੰਭਾਲ ਕਰ ਲਓ, ਕਿਉਂਕਿ 29 ਔਰ 30 ਨੂੰ ਥੋੜਾ ਬਾਰਿਸ਼ ਥੋੜੀ ਹੋ ਸਕਦੀ ਹੈਗੀ ਹੈ, ਜਿੱਥੇ ਤੁਹਾਡਾ ਨੁਕਸਾਨ ਨਾ ਹੋਵੇ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਏਗਾ। ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਪਲੀਜ਼ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਮਨੋਜ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਨਾਲ।